ਇਹ ਇੱਕ ਸੱਚੀ ਕਹਾਣੀ ਹੈ ਜੋ ਮੇਰੇ ਦੋਸਤ ਦੇ ਭਰਾ ਦੀ ਪਤਨੀ ਦੀ ਹੈ। ਉਹ ਦੱਸਦੀ ਹੈ ਕਿ ਵਿਆਹ ਤੋਂ ਬਾਅਦ ਉਹ ਕਈ ਸਾਲ ਕਦੇ ਪਿੰਡ ਨਹੀਂ ਗਈ ਸੀ। ਇਸ ਦਾ ਰਾਜ਼ ਉਹਨਾਂ ਨੇ ਬਾਅਦ 'ਚ ਦੱਸਿਆ। ਉਹ ਦੱਸਦੀ ਹੈ ਕਿ ਮੇਰੀ ਭੈਣ ਦਾ ਵਿਆਹ ਸੀ ਤਾਂ ਮੈਨੂੰ ਪਿੰਡ ਜਾਣਾ ਪਿਆ ਸੀ। ਉਸ ਤੋਂ ਪਹਿਲਾਂ ਵੀ ਕਈ ਵਾਰ ਪਿੰਡ ਜਾਣ ਦਾ ਇਰਾਦਾ ਕੀਤਾ ਪਰ ਫਿਰ ਟਾਲ ਦਿੱਤਾ ਕਿਉਂਕਿ ਮੇਰਾ ਦਿਲ ਨਹੀਂ ਕਰਦਾ ਸੀ। ਪਰ ਹੁਣ ਭੈਣ ਦੇ ਵਿਆਹ ਕਰਕੇ ਜਾਣਾ ਪਿਆ। ਜਦੋਂ ਉਹ ਪਹੁੰਚੀ ਤਾਂ ਉੱਥੇ ਪੂਰੀ ਚਹਿਲ ਪਹਿਲ ਸੀ। ਅਗਲੇ ਦਿਨ ਜਦੋਂ ਉਹ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੀ ਸੀ ਤਾਂ ਰਾਸਤੇ 'ਚ ਉਸ ਦੀ ਕਿਸੇ ਨੇ ਚੁੰਨੀ ਫੜ ਲਈ। ਮੁੜ ਕੇ ਦੇਖਿਆ ਤਾਂ ਸਾਹਮਣੇ ਇੱਕ ਭੀਖ ਮੰਗਣ ਵਾਲੀ ਖੜੀ ਸੀ ਜਿਸ ਦੇ ਕੱਪੜੇ ਤੇ ਵਾਲ ਬਹੁਤ ਗੰਦੇ ਸਨ। ਉਸ ਨੂੰ ਦੇਖ ਕੇ ਮੈਨੂੰ ਝਟਕਾ ਜਿਹਾ ਲੱਗਿਆ। ਇਹ ਤਾਂ ਉਹੀ ਸੀ ਜਿਸ ਦੇ ਹੁਸਨ ਦੇ ਚਰਚੇ ਦੂਰ ਦੂਰ ਦੇ ਪਿੰਡਾਂ ਤੱਕ ਸਨ ਤੇ ਪੂਰੇ ਪਿੰਡ ਦੇ ਲੜਕੇ ਉਸ ਦੇ ਹੁਸਨ ਤੇ ਫਿਦਾ ਸਨ। ਜਿਸ ਦੇ ਸਿਰ ਤੇ ਕਦੇ ਚੁੰਨੀ ਨਹੀਂ ਉਤਰਦੀ ਸੀ ਪਰ ਅੱਜ ਉਹ ਬਿਨਾਂ ਚੁੰਨੀ ਤੋਂ ਹੀ ਖੜੀ ਸੀ। ਮੈਂ ਉਸ ਨੂੰ ਪੂਰੇ 5 ਸਾਲਾਂ ਬਾਅਦ ਦੇਖ ਰਹੀ ਸੀ। ਉਹ ਮੇਰੀ ਸਭ ਤੋਂ ਚੰਗੀ ਸਹੇਲੀ ਸੋਨੀ ਸੀ ਜਿਸ ਨਾਲ 18 ਸਾਲ ਪੁਰਾਣੀ ਦੋਸਤੀ ਸੀ, ਜਿਸ ਤੋਂ ਬਿਨਾਂ ਮੇਰਾ ਤੇ ਮੇਰੇ ਬਿਨਾਂ ਉਸ ਦਾ ਦਿਲ ਨਹੀਂ ਲੱਗਦਾ ਸੀ ਤੇ ਨਾ ਸਮਾਂ ਲੰਘਦਾ ਸੀ। ਜਿਸ ਕਰਕੇ ਮੇਰੀ ਵੱਡੀ ਭੈਣ ਮੇਰੇ ਤੋਂ ਚਿੜਦੀ ਸੀ ਕਿ ਮੈਨੂੰ ਲੱਗਦਾ ਹੈ ਕਿ ਮੇਰੀ ਥਾਂ ਉਸਨੇ ਲੈ ਲਈ ਹੈ ਤੇ ਕਹਿੰਦੀ ਸੀ ਕਿ ਤੂੰ ਮੇਰੀ ਘੱਟ ਤੇ ਉਸਦੀ ਸਕੀ ਜ਼ਿਆਦਾ ਹੈ। ਸੋਨੀ ਸਾਡੇ ਘਰ ਦਾ ਇੱਕ ਮੈਂਬਰ ਸੀ। ਜਦੋਂ ਅਸੀਂ ਵੱਡੇ ਹੋਏ ਤਾਂ ਵਿਆਹ ਦੀ ਗੱਲ ਚੱਲੀ ਪਰ ਉਹ ਬਹੁਤ ਘਬਰਾਉਂਦੀ ਤੇ ਬਹੁਤ ਫਿਕਰ ਕਰਦੀ ਕਿਉਂਕਿ ਉਹ ਚਾਹੁੰਦੀ ਸੀ ਕਿ ਸਾਡਾ ਵਿਆਹ ਇੱਕ ਹੀ ਘਰ 'ਚ ਹੋਵੇ। ਉਹ ਵਿਆਹ ਕਰਕੇ ਮੇਰੇ ਤੋਂ ਦੂਰ ਨਹੀਂ ਜਾਣਾ ਚਾਹੁੰਦੀ ਸੀ। ਇੱਕ ਵਾਰ ਇੱਕ ਵਿਆਹ 'ਚ ਅਸੀਂ ਗਏ ਸੀ ਤਾਂ ਇੱਕ ਔਰਤ ਸਾਡੇ ਕੋਲ ਆ ਕੇ ਸਾਡੇ ਨਾਂ ਤੇ ਪਤਾ ਪੁੱਛਣ ਲੱਗੀ। ਮੈਂ ਉਸ ਗੱਲ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਪਰ ਕੁਝ ਦਿਨਾਂ ਬਾਅਦ ਉਹ ਔਰਤ ਆਪਣੇ ਦੋਵੇਂ ਬੇਟਿਆਂ ਦਾ ਸਾਡੇ ਲਈ ਰਿਸ਼ਤਾ ਲੈ ਕੇ ਆ ਗਈ। ਵੱਡੇ ਬੇਟੇ ਦਾ ਮੇਰੇ ਲਈ ਤੇ ਛੋਟੇ ਦਾ ਸੋਨੀ ਲਈ। ਮੇਰੇ ਘਰ ਵਾਲਿਆਂ ਨੂੰ ਇਹ ਰਿਸ਼ਤਾ ਬਹੁਤ ਪਸੰਦ ਆਇਆ ਤੇ ਉਹਨਾਂ ਨੇ ਹਾਂ ਕਰ ਦਿੱਤੀ। ਸੋਨੀ ਦੇ ਘਰ ਵਾਲਿਆਂ ਵੱਲੋਂ ਵੀ ਹਾਂ ਹੋ ਗਈ। ਵਿਆਹ ਦੇ ਦਿਨ ਨੇੜੇ ਆ ਗਏ। ਮੇਰੀ ਵੱਡੀ ਭੈਣ ਨੇ ਮੈਨੂੰ ਸਮਝਾਇਆ ਸੀ ਕਿ ਹੁਣ ਤੇਰੇ ਸੋਨੀ ਨਾਲ 2 ਰਿਸ਼ਤੇ ਹਨ, ਦਰਾਣੀ ਤੇ ਜਠਾਣੀ ਦਾ। ਇਹ ਬਹੁਤ ਹੀ ਨਾਜ਼ੁਕ ਰਿਸ਼ਤਾ ਹੈ। ਹੁਣ ਤੁਸੀਂ ਇਕੱਠੇ ਰਹੋਗੇ। ਤੁਹਾਨੂੰ ਦੋਹਾਂ ਨੂੰ ਹਰ ਗੱਲ 'ਚ ਬਹੁਤ ਸਬਰ ਤੋਂ ਕੰਮ ਲੈਣਾ ਪਵੇਗਾ। ਮੈਂ ਭੈਣ ਨੂੰ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਵੇਗਾ ਜੋ ਤੁਸੀਂ ਸੋਚ ਰਹੇ ਹੋ। ਮੇਰਾ ਤੇ ਸੋਨੀ ਦਾ ਸਾਥ ਭੈਣਾਂ ਵਰਗਾ ਹੀ ਸੀ। ਸਾਡਾ ਤਾਂ ਸਾਲਾਂ ਦਾ ਅਰਮਾਨ ਪੂਰਾ ਹੋ ਰਿਹਾ ਸੀ। ਅਸੀਂ ਦਰਾਣੀ ਜਠਾਣੀ ਬਾਅਦ 'ਚ ਪਹਿਲਾਂ ਦੋਸਤ ਹਾਂ। ਮੈਂ ਤੇ ਸੋਨੀ ਵਿਆਹ ਕਰਕੇ ਉਸ ਘਰ 'ਚ ਪਹੁੰਚ ਗਈਆਂ। ਜ਼ਿੰਦਗੀ ਬਹੁਤ ਖੂਬਸੂਰਤ ਹੋ ਗਈ ਸੀ। ਵਿਆਹ ਤੋਂ 1 ਸਾਲ ਬਾਅਦ ਮੇਰੀ ਗੋਦ 'ਚ ਮੇਰਾ ਬੇਟਾ ਤੇ ਸੋਨੀ ਦੀ ਗੋਦ 'ਚ ਉਸਦਾ ਬੇਟਾ ਆ ਗਿਆ। ਮੇਰੇ ਪਤੀ ਪੜ੍ਹੇ ਲਿਖੇ ਸਨ, ਇਸ ਲਈ ਉਹਨਾਂ ਨੂੰ ਸ਼ਹਿਰ 'ਚ ਹੀ ਨੌਕਰੀ ਮਿਲੀ ਸੀ। ਉਹ ਜਿੱਦ ਕਰ ਰਹੇ ਸਨ ਕਿ ਮੈਂ ਤੇ ਮੇਰਾ ਬੇਟਾ ਉਹਨਾਂ ਦੇ ਨਾਲ ਸ਼ਹਿਰ ਚੱਲੀਏ, ਜਦੋਂ ਕਿ ਮੇਰਾ ਦਿਲ ਕਿਸੇ ਤਰ੍ਹਾਂ ਵੀ ਸ਼ਹਿਰ ਜਾਣ ਲਈ ਤਿਆਰ ਨਹੀਂ ਸੀ। ਆਖਰਕਾਰ ਮੇਰੇ ਪਤੀ ਸ਼ਹਿਰ ਚਲੇ ਗਏ। ਜਦੋਂ ਆਏ ਤਾਂ ਬਹੁਤ ਸਾਰੇ ਤੋਹਫੇ ਲਿਆਏ ਸਨ। ਸਾਡੇ ਇੱਕ ਲੜਕੀ ਹੋ ਗਈ ਸੀ। ਮੇਰਾ ਬੇਟਾ 4 ਸਾਲ ਦਾ ਹੋ ਗਿਆ ਸੀ। ਜਿਸ ਘਰ 'ਚ ਅਸੀਂ ਰਹਿੰਦੇ ਸੀ ਉਸ ਘਰ ਦੇ ਵਿਚਕਾਰ ਇੱਕ ਛੋਟੀ ਜਿਹੀ ਕੰਧ ਸੀ। ਇੱਕ ਹਿੱਸੇ 'ਚ ਮੈਂ ਤੇ ਦੂਜੇ ਹਿੱਸੇ ਸੋਨੀ ਰਹਿੰਦੀ ਸੀ। ਇਹ ਹਿੱਸੇ ਤਾਂ ਸਿਰਫ ਨਾਂ ਦੇ ਸਨ। ਅਸੀਂ ਇਕੱਠੇ ਰਹਿੰਦੇ ਸੀ। ਮੈਂ ਫਿਰ ਪ੍ਰੈਗਨੈਂਟ ਹੋ ਗਈ ਸੀ ਪਰ ਸੋਨੀ ਕੋਲ ਇੱਕ ਬੇਟੇ ਤੋਂ ਬਾਅਦ ਫਿਰ ਬੱਚਾ ਨਹੀਂ ਹੋਇਆ। ਇਸ ਵਾਰ ਮੇਰੇ ਪਤੀ ਨੇ ਜ਼ਿੱਦ ਫੜ ਲਈ ਕਿ ਤੂੰ ਡਿਲੀਵਰੀ ਤੋਂ ਬਾਅਦ ਮੇਰੇ ਨਾਲ ਸ਼ਹਿਰ ਚੱਲ। ਇੱਥੇ ਇਕੱਲੀ ਕਿਵੇਂ ਰਹੇਂਗੀ ਤੇ ਵੱਡੇ ਬੇਟੇ ਦਾ ਦਾਖਲਾ ਵੀ ਸਕੂਲ 'ਚ ਕਰਵਾਉਣਾ ਹੈ। ਮੇਰੇ ਸਾਰੇ ਸਹੁਰੇ ਵਾਲਿਆਂ ਨੇ ਵੀ ਕਿਹਾ ਕਿ ਉਹ ਠੀਕ ਆਖ ਰਿਹਾ ਹੈ, ਤੂੰ ਜਾ, ਨਾ ਕਰ। ਸਾਰਿਆਂ ਦੇ ਸਮਝਾਉਣ ਤੇ ਮੈਨੂੰ ਮਜਬੂਰਨ ਪਤੀ ਦੀ ਗੱਲ ਮੰਨਣੀ ਪਈ ਪਰ ਮੈਂ ਦਿਲੋਂ ਖੁਸ਼ ਨਹੀਂ ਸੀ। ਕੁਝ ਸਮਾਂ ਬੀਤ ਗਿਆ। ਮੇਰੇ ਕੋਲ ਇੱਕ ਹੋਰ ਬੇਟਾ ਹੋਇਆ। ਉਹ ਬਹੁਤ ਹੀ ਸੋਹਣਾ ਸੀ, ਅੰਗਰੇਜ਼ਾਂ ਵਰਗਾ, ਬਿਲਕੁਲ ਗੋਰਾ ਚਿੱਟਾ, ਵੱਡੀਆਂ ਵੱਡੀਆਂ ਅੱਖਾਂ ਵਾਲਾ। ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ। ਮੇਰੇ ਪਤੀ ਨੇ ਕਿਹਾ ਕਿ ਤੂੰ ਨਹੀਂ ਜਾਣਦੀ ਕਿ ਤੂੰ ਮੈਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ। ਇਸ ਵਾਰ ਤਿਆਰ ਰਹੀ, ਮੈਂ ਆਵਾਂਗਾ ਤਾਂ ਤੁਸੀਂ ਸਾਰੇ ਮੇਰੇ ਨਾਲ ਸ਼ਹਿਰ ਚੱਲਿਓ। ਉਹਨਾਂ ਨੇ 2 ਮਹੀਨੇ ਬਾਅਦ ਆਉਣਾ ਸੀ। ਪਤੀ ਦੇ ਚਲੇ ਜਾਣ ਤੋਂ ਬਾਅਦ ਅਸੀਂ ਸਾਰੇ ਇਕੱਠੇ ਬੈਠੇ ਸ਼ਾਮ ਨੂੰ ਚਾਹ ਪੀ ਰਹੇ ਸੀ।
ਤਾਂ ਮੇਰੇ ਦਿਓਰ ਨੇ ਕਿਹਾ ਕਿ ਭਾਬੀ ਤੁਸੀਂ ਚਲੇ ਜਾਓਗੇ ਤਾਂ ਘਰ ਸੁੰਨਾ ਜਿਹਾ ਹੋ ਜਾਵੇਗਾ। ਮੈਂ ਕਿਹਾ ਕਿ ਤੁਸੀਂ ਵੀ ਚੱਲੋ। ਉਹ ਬੋਲਿਆ ਕਿ ਮੈਂ ਕੀ ਕਰਾਂਗਾ ਜਾ ਕੇ, ਮੈਨੂੰ ਕੋਈ ਕੰਮ ਤਾਂ ਆਉਂਦਾ ਨਹੀਂ, ਘੱਟੋ ਘੱਟ ਇੱਥੇ ਖੇਤਾਂ 'ਚ ਕੰਮ ਕਰਕੇ ਪਤਨੀ ਤੇ ਬੱਚਿਆਂ ਲਈ 2 ਸਮੇਂ ਦੀ ਰੋਟੀ ਤਾਂ ਕਮਾ ਲੈਂਦਾ ਹਾਂ। ਸੋਨੀ ਬਿਲਕੁਲ ਸਿਰ ਝੁਕਾਈ ਚੁੱਪ ਤੇ ਗੁੰਮਸੁੰਮ ਬੈਠੀ ਸੀ। ਮੇਰਾ ਦਿਲ ਅਜੀਬ ਜਿਹਾ ਹੋ ਗਿਆ, ਪਰ ਮੈਂ ਵੀ ਮਜਬੂਰ ਸੀ। ਪਤੀ ਦੇ ਹੱਥੋਂ ਤੇ ਬੱਚਿਆਂ ਦੇ ਭਵਿੱਖ ਦਾ ਸਵਾਲ ਸੀ। ਕੁਝ ਦਿਨਾਂ ਬਾਅਦ ਮੇਰੀ ਤਬੀਅਤ 'ਚ ਥੋੜਾ ਜਿਹਾ ਭਾਰੀਪਨ ਆ ਗਿਆ। ਮੇਰਾ ਸੁਭਾਅ ਵੀ ਚਿੜਚਿੜਾ ਹੋ ਗਿਆ। ਬਿਨਾਂ ਵਜ੍ਹਾ ਬੱਚਿਆਂ ਤੇ ਗੁੱਸਾ ਆ ਜਾਂਦਾ। ਸਭ ਤੋਂ ਛੋਟੇ ਬੇਟੇ ਦੀ ਤਬੀਅਤ ਵੀ ਖਰਾਬ ਸੀ, ਉਹ ਵੀ ਬਹੁਤ ਰੋਂਦਾ ਸੀ। ਸੋਨੀ ਨੇ ਕਿਹਾ ਕਿਤੇ ਇਸ ਦੇ ਪੇਟ 'ਚ ਦਰਦ ਤਾਂ ਨਹੀਂ ਹੋ ਰਿਹਾ। ਅਸੀਂ ਦੋਵੇਂ ਉਸ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਨੇ ਉਸ ਨੂੰ ਦਵਾਈ ਦਿੱਤੀ ਤਾਂ ਥੋੜਾ ਜਿਹਾ ਆਰਾਮ ਆ ਗਿਆ, ਪਰ ਰਾਤ ਨੂੰ ਫਿਰ ਤੋਂ ਉਸਨੇ ਰੋਣਾ ਸ਼ੁਰੂ ਕਰ ਦਿੱਤਾ। ਮੈਂ, ਸੋਨੀ ਤੇ ਮੇਰਾ ਦਿਓਰ ਅਸੀਂ ਸਾਰੇ ਉਸ ਨੂੰ ਚੁੱਪ ਕਰਾਉਂਦੇ ਕਰਾਉਂਦੇ ਥੱਕ ਗਏ, ਪਰ ਉਹ ਚੁੱਪ ਨਾ ਹੋਇਆ। ਸਮਝ ਨਹੀਂ ਆ ਰਿਹਾ ਸੀ ਕਿ ਇੰਨਾ ਕਿਉਂ ਰੋ ਰਿਹਾ ਹੈ। ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਸੀ, ਹੁਣ ਤਾਂ ਕੁਝ ਕਮਜ਼ੋਰ ਵੀ ਹੋ ਗਿਆ ਸੀ। ਅਸੀਂ ਦੁਬਾਰਾ ਡਾਕਟਰ ਕੋਲ ਲੈ ਗਏ। ਡਾਕਟਰ ਨੇ ਕਿਹਾ ਕਿ ਕੁਝ ਦਵਾਈਆਂ ਦੇ ਰਿਹਾ, ਇਸ ਨਾਲ ਫਰਕ ਆ ਜਾਵੇਗਾ। ਉਹਨਾਂ ਦਵਾਈਆਂ ਨਾਲ ਬੱਚੇ ਨੂੰ ਕਾਫੀ ਆਰਾਮ ਮਿਲਿਆ ਤਾਂ ਅਸੀਂ ਵੀ ਸੁੱਖ ਦਾ ਸਾਹ ਲਿਆ। ਪਰ ਅਜੇ 2 ਹੀ ਦਿਨ ਬੀਤੇ ਸਨ ਕਿ ਉਸ ਨੂੰ ਤੇਜ਼ ਬੁਖਾਰ ਚੜ੍ਹ ਗਿਆ। ਮੈਂ ਬਹੁਤ ਘਬਰਾ ਗਈ। ਮੇਰਾ ਇੰਨਾ ਗੋਰਾ ਚਿੱਟਾ ਬੱਚਾ ਨੀਲਾ ਪੈਣ ਲੱਗਿਆ। ਮੈਂ ਤੇ ਸੋਨੀ ਉਸ ਨੂੰ ਡਾਕਟਰ ਕੋਲ ਲੈ ਕੇ ਭੱਜੇ, ਪਰ ਉਸ ਨੂੰ ਆਰਾਮ ਨਾ ਆਇਆ। ਮੈਂ ਪਰੇਸ਼ਾਨ ਹੋ ਕੇ ਆਪਣੇ ਪਤੀ ਨੂੰ ਫੋਨ ਕੀਤਾ। ਉਹ ਵੀ ਸ਼ਹਿਰ ਤੋਂ ਪਿੰਡ ਲਈ ਗੱਡੀ 'ਚ ਬੈਠ ਗਏ। ਉਹਨਾਂ ਕਿਹਾ ਕਿ ਤੂੰ ਤਿਆਰ ਰਹੀਂ, ਅਸੀਂ ਉਸ ਨੂੰ ਸ਼ਹਿਰ ਲੈ ਕੇ ਆਵਾਂਗੇ, ਸ਼ਹਿਰ 'ਚ ਕਿਸੇ ਚੰਗੇ ਡਾਕਟਰ ਨੂੰ ਦਿਖਾਵਾਂਗੇ। ਮੇਰਾ ਰੋ ਰੋ ਕੇ ਬੁਰਾ ਹਾਲ ਸੀ। ਮੇਰਾ ਸਿਹਤਮੰਦ ਬੱਚਾ 2 ਦਿਨਾਂ 'ਚ ਸੁੱਕ ਕੇ ਤੀਲਾ ਹੋ ਗਿਆ ਸੀ। ਅਗਲੀ ਸਵੇਰ ਪਤੀ ਨੇ ਪਹੁੰਚ ਜਾਣਾ ਸੀ, ਪਰ ਜਦੋਂ ਅਗਲੀ ਸਵੇਰ ਆਏ ਤਾਂ ਮੇਰਾ ਬੇਟਾ ਇਸ ਦੁਨੀਆ ਤੋਂ ਜਾ ਚੁੱਕਾ ਸੀ। ਸਵੇਰੇ ਸਵੇਰੇ ਪੂਜਾ ਦੇ ਸਮੇਂ ਮੇਰੇ ਹੱਥਾਂ 'ਚ ਹੀ ਮੇਰੇ ਬੇਟੇ ਨੇ ਦਮ ਤੋੜਿਆ ਸੀ। ਮੈਂ ਬਹੁਤ ਬੁਰੇ ਹਾਲ 'ਚ ਬੈਠੀ ਸੀ। ਮੇਰੇ ਪਤੀ ਦਾ ਵੀ ਦੁੱਖ ਨਾਲ ਬੁਰਾ ਹਾਲ ਸੀ। ਮੇਰੇ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਉਸ ਦੀ ਮੌਤ ਤੋਂ 15-20 ਦਿਨਾਂ ਤੱਕ ਮੈਂ ਦੁੱਖ ਨਾਲ ਨਿਟਾਲ ਬਿਸਤਰ ਤੇ ਪਈ ਰਹਿੰਦੀ ਸੀ। ਮੈਨੂੰ ਪਤੀ ਤੇ ਬੱਚਿਆਂ ਦਾ ਕੋਈ ਹੋਸ਼ ਨਹੀਂ ਸੀ। ਸਭ ਕੁਝ ਸੋਨੀ ਨੇ ਸੰਭਾਲਿਆ ਹੋਇਆ ਸੀ। ਅਜੇ ਬੇਟੇ ਦਾ ਸਦਮਾ ਘੱਟ ਨਹੀਂ ਹੋਇਆ ਸੀ ਕਿ ਮੇਰੀ ਮਾਂ ਵੀ ਇਸ ਦੁਨੀਆ ਤੋਂ ਚਲੀ ਗਈ। ਮੈਂ ਬਿਲਕੁਲ ਟੁੱਟ ਗਈ। ਮੇਰੇ ਪਤੀ ਨੂੰ ਦਫ਼ਤਰ ਤੋਂ ਫੋਨ ਆ ਗਿਆ। ਉਹਨਾਂ ਦਾ ਸ਼ਹਿਰ ਜਾਣਾ ਜ਼ਰੂਰੀ ਸੀ। ਉਹ ਵਾਪਸ ਚਲੇ ਗਏ, ਜਦੋਂ ਕਿ ਮੇਰੀ ਹਾਲਤ ਬਿਸਤਰ ਤੋਂ ਉੱਠਣ ਵਾਲੀ ਨਹੀਂ ਸੀ। ਕਈ ਦਿਨਾਂ ਤੋਂ ਮੈਂ ਦੁੱਖਾਂ ਨਾਲ ਨਿਟਾਲ ਹੋਈ ਪਈ ਸੀ ਕਿ ਮੇਰੀ ਬੇਟੀ ਬਰਖਾ ਨੂੰ ਤੇਜ਼ ਬੁਖਾਰ ਚੜ੍ਹ ਗਿਆ। ਉਸ ਦਾ ਬੁਖਾਰ ਵੱਧਦਾ ਹੀ ਜਾ ਰਿਹਾ ਸੀ। ਮੈਂ ਬਦਹਵਾਸ ਹੋ ਕੇ ਰਹਿ ਗਈ। ਮੈਂ ਆਪਣੇ ਇੱਕ ਬੇਟੇ ਨੂੰ ਖੋ ਚੁੱਕੀ ਸੀ। ਹੁਣ ਮੇਰੇ 'ਚ ਜ਼ਿਆਦਾ ਦੁੱਖ ਝੱਲਣ ਦੀ ਹਿੰਮਤ ਨਹੀਂ ਸੀ। ਸੋਨੀ ਮੇਰੇ ਕੋਲ ਬੈਠੀ ਮੈਨੂੰ ਹੌਸਲਾ ਦੇ ਰਹੀ ਸੀ। ਉਹ ਆਖ ਰਹੀ ਸੀ ਕਿ ਮੈਂ ਸਭ ਕੁਝ ਦੇਖ ਰਹੀ ਹਾਂ, ਤੂੰ ਪਰੇਸ਼ਾਨ ਨਾ ਹੋ, ਇਹ ਬਿਲਕੁਲ ਠੀਕ ਹੋ ਜਾਵੇਗੀ। ਮੈਂ ਕਿਹਾ, ਮੈਂ ਤੇਰੀ ਬਹੁਤ ਅਹਿਸਾਨਮੰਦ ਹਾਂ, ਜਿਸ ਤਰ੍ਹਾਂ ਤੂੰ ਮੇਰਾ ਤੇ ਮੇਰੇ ਬੱਚਿਆਂ ਦਾ ਖਿਆਲ ਰੱਖ ਰਹੀ ਹੈ। ਮੈਂ ਇੰਨੀ ਕਮਜ਼ੋਰ ਹੋ ਚੁੱਕੀ ਸੀ ਕਿ ਮੈਥੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ, ਪਰ ਸੋਨੀ ਮੇਰੇ ਤੇ ਮੇਰੇ ਬੱਚਿਆਂ ਦੀ ਦੇਖਭਾਲ ਕਰ ਰਹੀ ਸੀ। ਦੁਪਹਿਰ ਦੇ 3 ਵਜੇ ਸਨ। ਮੈਂ ਸੋਚਿਆ ਕਿ ਮੈਂ ਇੰਨੀ ਦੇਰ ਤੱਕ ਸੌਂਦੀ ਰਹੀ ਸੀ। ਮੈਂ ਆਪਣੇ ਨਾਲ ਪਏ ਦੋਵੇਂ ਬੱਚਿਆਂ ਨੂੰ ਦੇਖਿਆ ਜੋ ਬੇਖਬਰ ਸੋ ਰਹੇ ਸਨ। ਮੇਰੀ ਬੇਟੀ ਬਰਖਾ ਨੂੰ ਵੀ ਬੁਖਾਰ ਸੀ, ਇਸ ਲਈ ਸੋਨੀ ਨੇ ਵੀ ਮੈਨੂੰ ਨਹੀਂ ਜਗਾਇਆ। ਮੈਂ ਉੱਠਣ ਦੀ ਕੋਸ਼ਿਸ਼ ਕਰਨ ਲੱਗੀ ਕਿ ਅਚਾਨਕ ਨੇੜਿਓਂ ਕਿਸੇ ਦੇ ਰੋਣ ਦੀ ਆਵਾਜ਼ ਤੇ ਮੈਂ ਘਬਰਾ ਗਈ। ਮੈਂ ਸੋਚਿਆ ਕਿ ਇਹ ਤਾਂ ਸੋਨੀ ਦੀ ਆਵਾਜ਼ ਹੈ। ਮੈਂ ਦੀਵਾਰ ਦਾ ਸਹਾਰਾ ਲੈ ਹੌਲੀ-ਹੌਲੀ ਉਸ ਕੋਲ ਗਈ। ਸੋਨੀ ਆਪਣੇ ਬੇਟੇ ਨੂੰ ਗੋਦ 'ਚ ਲੈ ਕੇ ਰੋ ਰਹੀ ਸੀ। ਉਸਦੇ ਬੇਟੇ ਦੇ ਹੱਥ ਬਿਲਕੁਲ ਮੁੜੇ ਹੋਏ ਸਨ ਤੇ ਉਸਦੇ ਸਾਹ ਬਹੁਤ ਤੇਜ਼ ਚੱਲ ਰਹੇ ਸਨ। ਮੈਂ ਉਸਦੀ ਹਾਲਤ ਦੇਖ ਕੇ ਡਰ ਗਈ। ਮੈਂ ਕਿਹਾ, ਕੀ ਹੋ ਗਿਆ ਸੋਨੀ? ਮੇਰੇ ਦਿਓਰ ਨੇ ਦੁੱਖ ਭਰੀ ਆਵਾਜ਼ 'ਚ ਕਿਹਾ ਕਿ ਪਤਾ ਨਹੀਂ ਭਾਬੀ ਕੀ ਹੋ ਗਿਆ। ਸਵੇਰੇ ਉੱਠਦੇ ਹੀ ਤੁਹਾਡੇ ਕਮਰੇ 'ਚ ਆਇਆ ਸੀ ਤਾਂ ਕਿ ਬੱਚਿਆਂ ਨਾਲ ਖੇਡ ਸਕੇ, ਪਰ ਤੁਸੀਂ ਸਾਰੇ ਸੋ ਰਹੇ ਸਨ। ਇਹ ਬਾਹਰ ਜਾ ਕੇ ਬੱਚਿਆਂ ਨਾਲ ਖੇਡਣ ਲੱਗਿਆ ਕਿ ਖੇਡਦੇ ਖੇਡਦੇ ਅਚਾਨਕ ਬੇਹੋਸ਼ ਹੋ ਗਿਆ। ਡਾਕਟਰ ਨੂੰ ਵੀ ਦਿਖਾ ਕੇ ਲਿਆਏ ਸੀ।
ਅਚਾਨਕ ਇਹ ਹਾਲਤ ਹੋ ਗਈ। ਸੋਨੀ ਦੀ ਹਾਲਤ ਬਹੁਤ ਬੱਤਰ ਸੀ ਕਿਉਂਕਿ ਉਸ ਦਾ ਇਕਲੌਤਾ ਬੇਟਾ ਸੀ ਤੇ ਉਸ ਦੀ ਆਪਣੇ ਬੇਟੇ 'ਚ ਜਾਨ ਵਸੀ ਹੋਈ ਸੀ। ਮੈਂ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ, ਮੈਂ ਉਹਨਾਂ ਨਾਲ ਗੱਲ ਕਰਦੀ ਹਾਂ। ਮੈਂ ਆਪਣੇ ਪਤੀ ਦਾ ਨਾਂ ਲਿਆ। ਤੁਸੀਂ ਦੋਵੇਂ ਇਸ ਨੂੰ ਲੈ ਕੇ ਸ਼ਹਿਰ ਜਾਓ, ਕਿਸੇ ਚੰਗੇ ਡਾਕਟਰ ਨੂੰ ਦਿਖਾਓ। ਅੰਦਰੋਂ ਮੈਂ ਵੀ ਪਰੇਸ਼ਾਨ ਹੋ ਗਈ। ਮੈਂ ਨਹੀਂ ਚਾਹੁੰਦੀ ਸੀ ਕਿ ਸੋਨੀ ਕਿਸੇ ਅਜਿਹੇ ਦੁੱਖ 'ਚੋਂ ਲੰਘੇ ਜਿਸ 'ਚੋਂ ਮੈਂ ਲੰਘ ਚੁੱਕੀ ਹਾਂ। ਅਗਲੀ ਸਵੇਰ ਦੀ ਟਿਕਟ ਹੋ ਗਈ ਸੀ। ਮੈਂ ਆਪਣੀ ਖਰਾਬ ਸਿਹਤ ਨਾਲ ਆਪਣੇ ਬੱਚਿਆਂ ਤੇ ਸੋਨੀ ਨੂੰ ਸੰਭਾਲ ਰਹੀ ਸੀ, ਪਰ ਅਗਲੀ ਸਵੇਰ ਜਾਣ ਦੀ ਨੌਬਤ ਹੀ ਨਾ ਆਈ। ਰਾਤ ਦੇ 2 ਵਜੇ ਉਸ ਦੇ ਬੇਟੇ ਨੇ ਦਮ ਤੋੜ ਦਿੱਤਾ। ਮੈਂ ਡਰੀਆਂ ਨਜ਼ਰਾਂ ਨਾਲ ਸੋਨੀ ਨੂੰ ਬੇਹਾਲ ਹੋਈ ਦੇਖ ਰਹੀ ਸੀ ਤੇ ਖੁਦ ਡਰ 'ਚ ਬੈਠੀ ਸੀ ਕਿ ਸਾਡੇ ਬੱਚਿਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਜਦੋਂ ਉਸ ਦੇ ਬੇਟੇ ਦੀ ਅਰਥੀ ਉੱਠੀ ਤਾਂ ਸੋਨੀ ਬੇਹੋਸ਼ ਹੋ ਕੇ ਡਿੱਗ ਪਈ। ਮੇਰਾ ਪਤੀ ਵੀ ਆ ਗਿਆ ਸੀ। ਸਾਡੇ ਘਰ ਦਾ ਹਰ ਆਦਮੀ ਟੁੱਟਾ ਜਿਹਾ ਹੋ ਗਿਆ ਸੀ। ਹੁਣ ਮੈਨੂੰ ਆਪਣੇ ਦੋਵੇਂ ਬੱਚਿਆਂ ਦੀ ਫਿਕਰ ਹੋ ਰਹੀ ਸੀ। ਮੇਰੇ 'ਚ ਹੁਣ ਕੋਈ ਦੁੱਖ ਝੱਲਣ ਦੀ ਹਿੰਮਤ ਨਹੀਂ ਸੀ। ਮੇਰਾ ਪਤੀ ਤੇ ਦਿਓਰ ਘਰੇ ਇੱਕ ਪੰਡਿਤ ਨੂੰ ਲੈ ਕੇ ਆਏ ਜਿਨ੍ਹਾਂ ਨੇ ਸਾਡੇ ਬੱਚਿਆਂ ਦਾ ਨਾਮਕਰਨ ਕੀਤਾ ਸੀ ਤੇ ਕਾਫੀ ਪਹੁੰਚਿਆ ਹੋਇਆ ਵੀ ਸੀ। ਜਦੋਂ ਉਹ ਸਾਡੇ ਘਰ ਆਏ ਤਾਂ ਅਚਾਨਕ ਗੱਲਾਂ ਕਰਦੇ ਕਰਦੇ ਰੁਕ ਗਏ। ਫਿਰ ਉਹ ਜਿਵੇਂ ਹਵਾ 'ਚ ਕੁਝ ਸੁੰਘਣ ਲੱਗੇ ਤੇ ਇੱਧਰ ਉੱਧਰ ਦੇਖਦੇ ਹੋਏ ਬੋਲੇ, ਪਤਾ ਨਹੀਂ ਕਿਉਂ ਮੈਨੂੰ ਹਵਾ ਚੁੜੇਲ ਦਾ ਹਾਸਾ ਮਹਿਸੂਸ ਹੋ ਰਿਹਾ ਹੈ। ਫਿਰ ਉਹ ਸਾਡੇ ਘਰ ਦੇ ਹਿੱਸੇ ਵੱਲ ਜਾਣ ਲੱਗੇ। ਉੱਥੇ ਪਹੁੰਚ ਕੇ ਉਹ ਮੇਰੇ ਕਮਰੇ ਦੇ ਬਾਹਰ ਵਿਹੜੇ 'ਚ ਬਣੇ ਕੱਚੇ ਫਰਸ਼ ਕੋਲ ਬੈਠ ਗਏ। ਫਿਰ ਉਹ ਜਗ੍ਹਾ ਰੁਕ ਕੇ ਗੌਰ ਨਾਲ ਉਸ ਮਿੱਟੀ ਨੂੰ ਦੇਖਣ ਲੱਗੇ। ਮੈਂ ਉਹਨਾਂ ਤੋਂ ਦੂਰ ਖੜੀ ਸਭ ਦੇਖ ਰਹੀ ਸੀ। ਉਹਨਾਂ ਨੇ ਮੇਰੇ ਪਤੀ ਨੂੰ ਕਿਹਾ ਕਿ ਇੱਥੋਂ ਮਿੱਟੀ ਹਟਾਓ। ਮੇਰਾ ਪਤੀ ਮਿੱਟੀ ਹਟਾਉਣ ਲੱਗਿਆ ਕਿ ਅਚਾਨਕ ਜ਼ਮੀਨ ਦੇ ਅੰਦਰੋਂ ਜੋ ਚੀਜ਼ ਨਿਕਲੀ ਉਸ ਨੂੰ ਦੇਖ ਕੇ ਮੇਰਾ ਦਿਮਾਗ ਘੁੰਮ ਗਿਆ। ਮਿੱਟੀ ਹੇਠ ਇੱਕ ਪੁਤਲਾ ਸੀ। ਉਸ ਪੁਤਲੇ ਨਾਲ ਇੱਕ ਪਰਚੀ ਸੀ ਜਿਸ 'ਤੇ ਕੁਝ ਲਕੀਰਾਂ ਬਣੀਆਂ ਹੋਈਆਂ ਸਨ ਤੇ ਉਸ ਪਰਚੀ 'ਤੇ ਬਰਖਾ ਦਾ ਨਾਂ ਲਿਖ ਕੇ ਉਸ 'ਤੇ ਕ੍ਰਾਸ ਦਾ ਨਿਸ਼ਾਨ ਬਣਾਇਆ ਗਿਆ ਸੀ। ਅਸੀਂ ਸਾਰੇ ਵਿਸ਼ਵਾਸ ਨਾ ਕਰਨ ਵਾਲੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਅਚਾਨਕ ਮੈਨੂੰ ਯਾਦ ਆਇਆ ਕਿ ਜਿਸ ਰਾਤ ਮੈਨੂੰ ਬੁਖਾਰ ਸੀ ਮੈਂ ਵਿਹੜੇ 'ਚ ਸਾਇਆ ਦੇਖਿਆ ਸੀ ਜੋ ਮੇਰੇ ਕਮਰੇ ਦੇ ਬਾਹਰ ਮਿੱਟੀ ਪੁੱਟ ਰਿਹਾ ਸੀ। ਮੇਰੇ ਪਤੀ ਤੇ ਦਿਓਰ ਨੇ ਦੋਵੇਂ ਹੱਥਾਂ ਨਾਲ ਆਪਣਾ ਸਿਰ ਫੜ ਲਿਆ ਤੇ ਕਿਹਾ ਕਿ ਕਿਸ ਦਾ ਕੰਮ ਹੈ। ਪੰਡਿਤ ਜੀ ਨੇ ਮੇਰੇ ਦਿਓਰ ਨੂੰ ਕਿਹਾ ਕਿ ਤੁਹਾਡੀ ਪਤਨੀ ਦੀ ਤਬੀਅਤ ਕਿਵੇਂ ਹੈ। ਉਹ ਪਰੇਸ਼ਾਨੀ ਨਾਲ ਬੋਲੇ, ਪੰਡਿਤ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੈ। ਪੰਡਿਤ ਜੀ ਨੇ ਕਿਹਾ ਕਿ ਮੈਂ ਉਹਨਾਂ ਨੂੰ ਮਿਲ ਸਕਦਾ ਹਾਂ। ਜਦੋਂ ਅਸੀਂ ਸੋਨੀ ਕੋਲ ਕਮਰੇ 'ਚ ਗਏ ਤਾਂ ਸੋਨੀ ਬਿਸਤਰ 'ਤੇ ਪਈ ਹੋਈ ਸੀ। ਪੰਡਿਤ ਜੀ ਦੇ ਆਉਣ ਦਾ ਸੁਣ ਕੇ ਬਹੁਤ ਮੁਸ਼ਕਲ ਨਾਲ ਉੱਠ ਬੈਠੀ। ਫਿਰ ਹੌਲੀ ਜਿਹੇ ਉਹਨਾਂ ਨੂੰ ਨਮਸਤੇ ਕੀਤੀ। ਪੰਡਿਤ ਜੀ ਨੇ ਉਸ ਕੋਲ ਪਹੁੰਚ ਕੇ ਜ਼ੋਰ ਨਾਲ ਸਾਹ ਲਿਆ ਤੇ ਉਹਨਾਂ ਦਾ ਚਿਹਰੇ ਦਾ ਰੰਗ ਗੁੱਸੇ ਨਾਲ ਲਾਲ ਹੋ ਗਿਆ। ਉਹ ਗੁੱਸੇ 'ਚ ਬੋਲੇ ਕਿ ਜੋ ਤੂੰ ਕੀਤਾ ਹੈ ਉਸ ਦਾ ਫਲ ਤੈਨੂੰ ਮਿਲਿਆ ਹੈ। ਤੂੰ ਜੋ ਜਾਦੂ ਕੀਤਾ ਤੇ ਦੂਜੇ ਦੀ ਗੋਦ ਸੁੰਨੀ ਕਰਨੀ ਚਾਹੀ, ਪਰ ਤੇਰੀ ਆਪਣੀ ਗੋਦ ਸੁੰਨੀ ਹੋ ਗਈ। ਆਪਣੀ ਜਠਾਣੀ ਦੀ ਗੋਦ ਵੀ ਖਾਲੀ ਕੀਤੀ ਤੇ ਆਪਣੀ ਦੁਨੀਆ ਵੀ ਬਰਬਾਦ ਕੀਤੀ। ਭਗਵਾਨ ਤੈਨੂੰ ਕਦੇ ਮਾਫ ਨਹੀਂ ਕਰੇਗਾ। ਪੰਡਿਤ ਜੀ ਦੀਆਂ ਗੱਲਾਂ ਸੁਣ ਅਸੀਂ ਸਾਰੇ ਹੈਰਾਨੀ ਨਾਲ ਦੇਖ ਰਹੇ ਸਾਂ ਕਿ ਅਚਾਨਕ ਸੋਨੀ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਉਸਨੇ ਉੱਚੀ ਉੱਚੀ ਬੋਲਦੇ ਕਿਹਾ ਕਿ ਮੈਂ ਕੀ ਕਰਦੀ, ਮੇਰੇ ਨਾਲ ਕੀ ਕਿਉਂ ਹੋਇਆ ਅਜਿਹਾ। ਅਸੀਂ ਇਕੱਠੇ ਵੱਡੇ ਹੋਏ, ਇਕੱਠੇ ਪੜ੍ਹਾਈ ਕੀਤੀ, ਪਰ ਕਿਸਮਤ ਨੇ ਧੋਖਾ ਦੇ ਦਿੱਤਾ। ਵਿਆਹ ਵੀ ਇੱਕ ਦਿਨ ਹੋਇਆ, ਇੱਕ ਹੀ ਘਰ ਵਿੱਚ ਹੋਇਆ, ਪਰ ਉਸਦਾ ਪਤੀ ਮੇਰੇ ਪਤੀ ਤੋਂ ਸੋਹਣਾ ਤੇ ਪੜ੍ਹਿਆ ਲਿਖਿਆ ਸੀ ਤੇ ਮੈਂ ਇੱਥੇ ਮਾਮੂਲੀ ਜਿਹੀ ਜ਼ਿੰਦਗੀ ਬਿਤਾ ਰਹੀ ਸੀ। ਇਹ ਗੱਲਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਸਨ। ਮੈਂ ਰੋਜ਼ ਅਖਬਾਰ ਪੜ੍ਹਦੀ ਸੀ। ਅਖਬਾਰ 'ਚ ਇੱਕ ਪੈਰਾਗ੍ਰਾਫ ਸੀ ਜਿਸ 'ਚ ਕਾਲੇ ਜਾਦੂ ਕਰਨ ਵਾਲੇ ਦਾ ਪਤਾ ਸੀ। ਮੈਂ ਉਸ ਰਾਹੀਂ ਉਸ ਨੂੰ ਗੱਲਬਾਤ ਕੀਤੀ। ਪਹਿਲਾਂ ਮੈਂ ਉਸ ਦੇ ਛੋਟੇ ਬੇਟੇ ਨੂੰ ਰਸਤੇ ਤੋਂ ਹਟਾਉਣਾ ਚਾਹਿਆ, ਫਿਰ ਇਸ 'ਤੇ ਅਮਲ ਕਰਵਾ ਕੇ ਹੁਣ ਇਸ ਦੀ ਬੇਟੀ ਨੂੰ ਹਟਵਾਉਣਾ ਸੀ। ਮੈਂ ਹੀ ਪੁਤਲਾ ਜ਼ਮੀਨ 'ਚ ਦੱਬਿਆ ਸੀ ਕਿਉਂਕਿ ਮੈਂ ਹੀ ਚਾਹੁੰਦੀ ਸੀ ਕਿ ਇਸ ਦੇ ਤਿੰਨੇ ਬੱਚੇ ਮਰ ਜਾਣ ਤਾਂ ਕਿ ਇਹ ਸ਼ਹਿਰ ਨਾ ਜਾ ਸਕੇ, ਕਿਉਂਕਿ ਆਪਣੀ ਔਲਾਦ ਖਾਤਰ ਜਾ ਰਹੀ ਸੀ। ਮੈਂ ਕਿਵੇਂ ਬਰਦਾਸ਼ਤ ਕਰਦੀ ਕਿ ਇਹ ਉੱਥੇ ਜਾ ਕੇ ਠਾਠ ਨਾਲ ਰਹੇ। ਇਸ ਕਾਲੇ ਜਾਦੂ ਅਨੁਸਾਰ ਉਸ ਜ਼ਮੀਨ 'ਤੇ ਜਿੱਥੇ ਪੁਤਲਾ ਦੱਬਿਆ ਸੀ ਉਸ 'ਤੇ ਸਭ ਤੋਂ ਪਹਿਲਾਂ ਜੋ ਵੀ ਚੱਲਦਾ ਅੱਧਾ ਉਸ ਅਮਲ ਦੀ ਚਪੇਟ 'ਚ ਆ ਜਾਂਦਾ।
उस रात मैं इस ਨੂੰ ਨੀਂਦ ਦੀਆਂ ਦਵਾਈਆਂ ਦੁੱਧ 'ਚ ਮਿਲਾ ਕੇ ਦੇ ਚੁੱਕੀ ਸੀ। ਮੈਂ ਜਾਣਦੀ ਸੀ ਕਿ ਇਹ ਸਾਰੇ ਸੌਂਦੇ ਰਹਿਣਗੇ, ਪਰ ਬਰਖਾ ਜ਼ਰੂਰ ਉੱਠ ਕੇ ਬਾਹਰ ਆਵੇਗੀ। ਪਰ ਜਦੋਂ ਸਵੇਰੇ ਮੈਂ ਉੱਠੀ ਤਾਂ ਮੇਰਾ ਬੇਟਾ ਬਿਸਤਰ 'ਤੇ ਨਹੀਂ ਸੀ। ਮੈਂ ਘਬਰਾ ਕੇ ਉਸ ਨੂੰ ਦੇਖਣ ਗਈ ਤਾਂ ਇਹਨਾਂ ਦੇ ਕਮਰੇ 'ਚੋਂ ਬਾਹਰ ਆ ਰਿਹਾ ਸੀ, ਇਹ ਆਖਦੇ ਹੋਏ ਕਿ ਚਾਚੀ ਤੇ ਸਾਰੇ ਸੋ ਰਹੇ ਹਨ। ਮੈਂ ਉਸ ਨੂੰ ਆਉਂਦਾ ਦੇਖ ਦਿਲ ਫੜ ਲਿਆ, ਕਿਉਂਕਿ ਮੈਨੂੰ ਮੇਰੇ ਕੀਤੇ ਦਾ ਫਲ ਮਿਲ ਗਿਆ ਸੀ ਤੇ ਮੇਰਾ ਬੇਟਾ ਉਸ ਦੱਬੇ ਪੁਤਲੇ ਉੱਤੋਂ ਲੰਘ ਚੁੱਕਾ ਸੀ। ਇਹ ਆਖ ਸੋਨੀ ਰੋਂਦੀ ਹੋਈ ਸਿਰ ਪਿੱਟਣ ਲੱਗੀ ਤੇ ਮੈਂ ਬੇਯਕੀਨੀ ਨਾਲ ਸੋਨੀ ਨੂੰ ਦੇਖ ਰਹੀ ਸੀ। ਮੈਨੂੰ ਲੱਗਿਆ ਕਿ ਜੋ ਮੈਂ ਸੁਣਿਆ ਉਹ ਗਲਤ ਹੈ। ਮੇਰਾ ਦਿਲ ਆਖ ਰਿਹਾ ਸੀ ਕਿ ਮੈਂ ਚੀਕ ਚੀਕ ਕੇ ਰੋਵਾਂ ਕਿ ਕੋਈ ਇਨਸਾਨ ਈਰਖਾ 'ਚ ਇੰਨਾ ਨੀਵਾਂ ਡਿੱਗ ਜਾਂਦਾ ਹੈ। ਪੰਡਿਤ ਜੀ ਨੇ ਕਿਹਾ ਕਿ ਜੋ ਲੋਕ ਭਗਵਾਨ ਦੀ ਦਿੱਤੀ ਹੋਈ ਚੀਜ਼ 'ਤੇ ਰਾਜ਼ੀ ਨਹੀਂ ਹੁੰਦੇ, ਉਹਨਾਂ ਦਾ ਇਹੀ ਅੰਜਾਮ ਹੁੰਦਾ ਹੈ। ਮੈਂ ਦੀਵਾਰ ਦਾ ਸਹਾਰਾ ਲੈ ਛੋਟੇ ਛੋਟੇ ਕਦਮ ਪੁੱਟਦੀ ਬਾਹਰ ਆ ਗਈ। ਮੇਰੇ ਦਿਓਰ ਨੇ ਨਫ਼ਰਤ ਨਾਲ ਚੀਕ ਕੇ ਸੋਨੀ ਨੂੰ ਕਿਹਾ ਕਿ ਮੈਂ ਸੋਚ ਵੀ ਨਹੀਂ ਸਕਦਾ ਕਿ ਤੂੰ ਐਨੀ ਘਟੀਆ ਹੈ। ਮੈਂ ਆਪਣੇ ਕਮਰੇ 'ਚ ਆ ਕੇ ਉੱਚੀ ਉੱਚੀ ਰੋਣ ਲੱਗੀ। ਸੋਨੀ ਮੇਰੇ ਕੋਲ ਆਈ ਤੇ ਰੋਂਦੀ ਹੋਈ ਬੋਲੀ ਕਿ ਮੈਨੂੰ ਮਾफ़ ਕਰ ਦੇ। ਮੈਂ ਉਸ ਨੂੰ ਕਿਹਾ ਕਿ ਜੋ ਔਰਤ ਆਪਣੇ ਬੱਚਿਆਂ ਦੀ ਜਾਨ ਲੈ ਲਵੇ ਕਿ ਉਸ ਨੂੰ ਮਾफ़ ਕੀਤਾ ਜਾ ਸਕਦਾ ਹੈ। ਤੇਰੀ ਜੇਕਰ ਮੇਰੇ ਨਾਲ ਦੁਸ਼ਮਣੀ ਸੀ ਤਾਂ ਮੇਰੇ ਤੋਂ ਬਦਲਾ ਲੈਂਦੀ, ਪਰ ਮੇਰੇ ਬੱਚਿਆਂ ਨੇ ਤੇਰਾ ਕੀ ਵਿਗਾੜਿਆ ਸੀ। ਸੋਨੀ ਬੋਲੀ ਕਿ ਮੇਰੀ ਕੋਈ ਦੁਸ਼ਮਣੀ ਨਹੀਂ ਸੀ, ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ। ਤੇਰੇ ਕੋਲ ਸਭ ਕੁਝ ਚੰਗਾ ਦੇਖ ਕੇ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਮੈਂ ਤੇਰੇ ਨਾਲ ਜੋ ਕੀਤਾ ਭਗਵਾਨ ਨੇ ਉਸ ਦਾ ਫਲ ਮੈਨੂੰ ਦੇ ਦਿੱਤਾ। ਇਸ ਤੋਂ ਬਾਅਦ ਮੈਂ ਉਸ ਨੂੰ ਦੇਖੇ ਬਿਨਾਂ ਆਪਣੇ ਪਤੀ ਤੇ ਬੱਚਿਆਂ ਨਾਲ ਉਸ ਘਰੋਂ ਹੀ ਨਹੀਂ ਸਗੋਂ ਉਸ ਦੀ ਜ਼ਿੰਦਗੀ 'ਚੋਂ ਤੇ ਪਿੰਡ 'ਚੋਂ ਨਿਕਲ ਗਈ। ਮੇਰੇ ਦਿਓਰ ਨੇ ਉਸ ਨੂੰ ਤਲਾਕ ਦੇ ਦਿੱਤਾ ਸੀ। ਆਪਣੇ ਬੇਟੇ ਦੀ ਮੌਤ ਤੇ ਫਿਰ ਪਤੀ ਦੇ ਵਿਛੋੜੇ 'ਚ ਉਸ ਨੇ ਆਪਣਾ ਦਿਮਾਗੀ ਸੰਤੁਲਨ ਗਵਾ ਦਿੱਤਾ। ਹੁਣ ਉਹ ਪਿੰਡ ਦੀਆਂ ਗਲੀਆਂ 'ਚ ਖੁੱਲ੍ਹੇ ਵਾਲਾਂ 'ਚ ਬੇਹਾਲ ਘੁੰਮਦੀ ਫਿਰਦੀ ਹੈ। ਮੈਂ ਫਿਰ ਕਦੇ ਪਿੰਡ ਨਹੀਂ ਗਈ, ਪਰ ਹੁਣ ਕਈ ਸਾਲਾਂ ਬਾਅਦ ਜਦੋਂ ਮੈਂ ਵਾਪਸ ਆਈ ਤਾਂ ਉਸਨੇ ਮੇਰੀ ਚੁੰਨੀ ਫੜ ਲਈ, ਪਰ ਮੈਂ ਆਪਣੀ ਚੁੰਨੀ ਉਸਦੇ ਹੱਥੋਂ ਛੁਡਾ ਕੇ ਤੇ ਉਸ ਨੂੰ ਨਜ਼ਰ ਅੰਦਾਜ਼ ਕਰਦੀ ਅੱਗੇ ਵੱਧ ਗਈ। ਭਾਬੀ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਸਮਝ ਆ ਗਈ ਕਿ ਭਾਬੀ ਕਿਉਂ ਆਪਣੇ ਪਿੰਡ ਨਹੀਂ ਜਾਂਦੀ ਸੀ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੈ ਤਾਂ ਪਲੀਜ਼ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।